ਮਾਈਨਿੰਗ ਇੱਕ ਇਹੋ ਜਿਹਾ ਮੁੱਦਾ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਦਾ ਮੁੱਖ ਮੰਤਰੀ ਤਾਂ ਬਦਲ ਗਿਆ, ਪਰ ਉਹਦੇ ਆਦੇਸ਼ਾਂ ਦੇ ਬਾਵਜੂਦ ਵੀ ਪ੍ਰਸ਼ਾਸਨ ਤੇ ਸਰਕਾਰੀ ਕਰਮਚਾਰੀ ਇਸ ਅਵੈਧ ਗੋਰਖ ਧੰਦੇ ਨੂੰ ਰੋਕਣ 'ਚ ਬਿਲਕੁਲ ਨਾਕਾਮਯਾਬ ਰਹੇ। 5.5 ਰੁਪਏ ਦੀ ਗੱਲ ਹੋਈ ਰੇਤਾ ਮਿਲਣ ਦੀ, ਪਰ ਉਹ ਵੀ ਨਹੀਂ ਮਿਲਿਆ। ਅੱਜ ਅਸੀਂ ਇਸੀ ਸਿਲਸਿਲੇ 'ਚ ਪਿੰਡ ਨਾਨਗਰਾਂ ਦੀ ਸਵਾਂਚ ਪੁੱਜੇ ਹਾਂ। ਸਾਡੇ ਨਾਲ ਵਿਸ਼ਾਲ ਸੈਣੀ ਜੀ ਮੌਜੂਦ ਨੇ, ਜਿਨ੍ਹਾਂ ਨੇ ਇਲਾਕਾ ਸੰਘਰਸ਼ ਕਮੇਟੀ ਦਾ ਗਠਨ ਕਰਕੇ ਇਹਦੇ ਖਿਲਾਫ ਇੱਕ ਬੁਲੰਦ ਆਵਾਜ਼ ਚੱਕੀ। ਵਿਸ਼ਾਲ ਜੀ, ਸਵਾਗਤ ਹੈ ਮੀਡੀਆ ਕਾਰਪਸ। ਬਹੁਤ ਬਹੁਤ ਧੰਨਵਾਦ। ਜਿੰਨੇ ਜੋ ਵੀ ਵਿਊਅਰਸ ਹੈ ਮੀਡੀਆ ਕਾਰਪਸ ਦੇ, ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਜੋ ਸਾਡੇ ਹਰ ਇੱਕ ਜਿਹੜਾ ਮੁੱਦਾ ਹੈ ਉਹਨੂੰ ਪਹਿਲ ਦੇ ਆਧਾਰ 'ਤੇ ਚੁੱਕਦੇ ਹੈ। ਥੈਂਕ ਯੂ। ਵਿਸ਼ਾਲ ਜੀ, ਮਾਈਨਿੰਗ ਦੀ ਗੱਲ ਕਰਦੇ ਹੋ, ਤੁਸੀਂ ਬੜੇ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹੋ ਮਾਈਨਿੰਗ ਦੀ, ਪਰ ਕਿਆ ਤੁਹਾਡੀ ਲੜਾਈ ਦਾ ਕੋਈ ਸਿੱਟਾ ਨਿਕਲ ਰਿਹਾ? ਪਹਿਲੀ ਤਾਂ ਗੱਲ ਇਹ ਹੈ, ਜਿੰਨਾ ਕੁ ਅਸੀਂ ਜਿਹੜਾ ਸਾਡਾ ਸੰਘਰਸ਼ ਮਾਈਨਿੰਗ ਦੇ ਵਿਰੁੱਧ ਥਾ, ਕਿਤੇ ਨਾ ਕਿਤੇ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੈ ਕਿਤੇ ਨਾ ਕਿਤੇ ਘਟੀ ਵੀ ਹੈ, ਫਰਕ ਪਿਆ ਹੈ। ਗੈਰ ਕਾਨੂੰਨੀ ਮਾਈਨਿੰਗ ਦਾ ਜਿਹੜਾ ਧੰਦਾ ਹੈ, ਜਿਹੜਾ ਅਸੀਂ ਇਲਾਕਾ ਸੰਘਰਸ਼ ਕਮੇਟੀ ਬਣਾਈ ਸੀ, ਕਿਤੇ ਨਾ ਕਿਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਈ ਹੈ। ਬੇਸ਼ੱਕ ਪ੍ਰਸ਼ਾਸਨ ਹੈ, ਜਿਹੜਾ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਜਿਹੜੀ ਕਾਰਗੁਜ਼ਾਰੀ ਹੈ ਬਹੁਤ ਢਿੱਲੀ ਹੈ। ਅਸੀਂ ਤਹਿਸੀਲਦਾਰ ਤੋਂ ਲੈ ਕੇ ਡੀਸੀ ਸਾਹਿਬ ਤੱਕ, ਜੋ ਸਾਡੇ ਮਾਈਨਿੰਗ ਡਾਇਰੈਕਟਰ ਡੋਕੇ ਸਾਹਿਬ ਤੱਕ, ਸਾਡੀ ਹਰ ਇੱਕ ਨਾਲ ਮੀਟਿੰਗ ਹੋਈ, ਪਰ ਜਿੱਥੇ ਤੱਕ ਮਾਈਨਿੰਗ ਰੋਕਣੀ ਚਾਹੀਦੀ ਸੀ ਅਸੀਂ ਵੀ ਉੱਥੇ ਤੱਕ ਨਹੀਂ ਰੋਕ ਸਕਦੇ। ਦਿਨ ਦਿਹਾੜੇ, ਦਿਨ ਦੇ ਉਜਾਲੇ ਦੇ ਵਿੱਚ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ ਹੈ ਉਹ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲਦਾ ਪਿਆ। ਤੁਸੀਂ ਕਹਿੰਦੇ ਹੋ ਕਿ ਤੁਸੀਂ ਰੋਕਣ 'ਚ ਕਾਮਯਾਬ ਰਹੇ ਮਾਈਨਿੰਗ ਨੂੰ, ਪਰ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਆਹ ਦ੍ਰਿਸ਼ ਦਿਖਾਣ। ਲੱਗਦਾ ਤੁਹਾਨੂੰ ਇਹਨਾਂ ਨੂੰ ਦੇਖਦੇ ਹੋਏ ਕਿ ਕਿਆ ਗੈਰ ਕਾਨੂੰਨੀ ਮਾਈਨਿੰਗ ਕਿਸੇ % ਵੀ ਰੁਕੀ ਹੈ? ਜਦੋਂ ਜਿਹੜਾ ਅਸੀਂ ਮਾਈਨਿੰਗ ਦਾ ਧਰਨਾ ਲਾਇਆ ਸੀਗਾ, ਸਟਾਰਟਿੰਗ ਦੇ ਜਿਹੜੇ 2-3 ਮਹੀਨੇ ਸੀ, ਮਾਰਚ ਤੋਂ ਲੈ ਕੇ ਜੂਨ ਦੇ ਵਿੱਚ, ਉਦੋਂ ਤੱਕ ਤਾਂ ਅਸੀਂ ਐਨ ਟੋਟਲ ਜਿਹੜੀ ਸਾਡੀ ਨਕੇਲ ਸੀ ਗੈਰ ਕਾਨੂੰਨੀ ਮਾਈਨਿੰਗ 'ਤੇ ਅਸੀਂ ਕੱਸ ਦਿੱਤੀ ਸੀ। ਪਰ ਹੁਣ ਜਦੋਂ ਪ੍ਰਸ਼ਾਸਨ ਇੰਟਰਫੇਅਰ ਕਰਨ ਲੱਗਿਆ, ਵਿੱਚ ਜਿਹੜੇ ਸਾਡੇ ਮਾਈਨਿੰਗ ਦੇ ਠੇਕੇਦਾਰ ਹੈ ਉਹ ਵਿੱਚ ਆ ਗਏ। ਹੁਣ ਜਦੋਂ ਅਸੀਂ ਕੋਈ ਨਾ ਕੋਈ ਮਸ਼ੀਨ ਫੜਾਉਂਦੇ ਹੈ, ਜਾਂ ਤਾਂ ਪਰਚਾ ਨਹੀਂ ਹੁੰਦਾ, ਜੇ ਪਰਚਾ ਹੋ ਜਾਵੇ ਤਾਂ ਪਰਚਾ ਕੈਂਸਲ ਹੋ ਜਾਂਦਾ। ਪ੍ਰਸ਼ਾਸਨ ਨਾਲੇ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ, ਮੈਂ ਸਮਝਦਾ ਕਿ ਉਹ ਬਹੁਤ ਢਿੱਲੀ ਹੈ। ਹੁਣ ਫਿਰ ਸਾਨੂੰ ਜਿੱਦਾਂ ਪਤਾ ਲੱਗਿਆ ਸੀਗਾ ਕਿ ਨਾਨਗਰਾ ਦੇ ਵਿੱਚ ਫਿਰ ਮਾਈਨਿੰਗ ਹੈ ਜਿਹੜੀ, ਉਹਨੇ ਬਹੁਤ ਵੱਡਾ ਰੂਪ ਫਿਰ ਧਾਰ ਲਿਆ, ਜਿਸ ਕਰਕੇ ਅਸੀਂ ਫਿਰ ਮੌਕੇ 'ਤੇ ਆਏ ਹੈ। ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦੇ ਹੈ ਕਿ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਲੋਕਲ ਪ੍ਰਸ਼ਾਸਨ ਨੂੰ ਜ਼ਰੂਰ ਮਿਲਾਂਗੇ। ਜੇਕਰ ਇਹ ਧੰਦਾ ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ ਖਤਮ ਨਹੀਂ ਹੋਇਆ, ਜਿੱਥੇ ਤੱਕ ਸਾਡਾ ਜ਼ੋਰ ਹੈ ਉੱਥੇ ਤੱਕ ਅਸੀਂ ਲਾਵਾਂਗੇ, ਪਰ ਗੈਰ ਕਾਨੂੰਨੀ ਮਾਈਨਿੰਗ ਨੂੰ ਬੰਦ ਜ਼ਰੂਰ ਕਰਾਵਾਂਗੇ। ਤੁਹਾਨੂੰ ਲੱਗਦਾ ਕਿ ਜਿੱਦਾਂ ਪੰਜਾਬ ਵਿੱਚ ਸਿਆਸਤ ਦਾ ਬੜਾ ਉਲਟਫੇਰ ਹੋਇਆ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਅਮਰਿੰਦਰ ਸਿੰਘ ਮੁੱਖ ਮੰਤਰੀ ਤੋਂ ਲਾਏ ਗਏ, ਇਹ ਸਾਰਾ ਮਾਈਨਿੰਗ ਕਰਕੇ ਹੋਇਆ, ਤੇ ਉਸ ਦੇ ਬਾਵਜੂਦ ਵੀ ਮਾਈਨਿੰਗ ਪਰ ਨਕੇਲ ਨਹੀਂ ਕਸ ਹੋਈ? ਜੇਕਰ ਅਸੀਂ ਆਹ ਛੋਟੀ ਜਿਹੀ ਸਾਡੀ ਸਮਾਨ ਨਦੀ ਹੈ, ਸਿਰਫ 11 ਕਿਲੋਮੀਟਰ ਦੀ ਹੈ। ਜੇਕਰ ਘੁਟਾਲੇ ਦੀ ਗੱਲ ਕਰ ਲਈ ਤਾਂ ਸਭ ਤੋਂ ਵੱਡਾ ਘੁਟਾਲਾ ਜਿਹੜਾ ਇਸੀ ਸਵਾਨ ਨਦੀ 'ਤੇ ਹੋਇਆ। ਬੇਸ਼ੱਕ ਜਿਹੜੇ ਮਰਜ਼ੀ ਘੁਟਾਲੇ ਦੀ ਗੱਲ ਕਰ ਲਈ, ਮੈਂ ਸਿਰਫ ਸਵਾਨ ਨਦੀ ਦੀ ਗੱਲ ਕਰਦਾ। ਸਤਲੁਜ ਨਦੀ ਦਾ ਆ ਗਿਆ, ਉਸ ਤੋਂ ਬਾਅਦ ਤੁਸੀਂ ਪਹਾੜੀਆਂ ਲੈ ਲਓ, ਜਿੰਨੇ ਕੁ ਵੱਡੇ ਘੁਟਾਲੇ ਹੋਏ ਹੈ ਉਹ ਇਸੀ ਸਾਡੀ ਸਵਾਨ ਨਦੀ 'ਚ। ਹਰ ਇੱਕ ਦੀ ਮਨਸ਼ਾ ਹੁੰਦੀ ਹੈ। ਹੁਣ ਅੱਜ ਪਹਿਲਾ ਪੈਸਾ ਕੈਪਟਨ ਅਮਰਿੰਦਰ ਸਿੰਘ ਕੋਲ ਜਾਂਦਾ ਸੀਗਾ, ਹੁਣ ਪੈਸਾ ਚਰਨਜੀਤ ਚੰਨੀ ਕੋਲ ਜਾਂਦਾ। ਜਿਹੜਾ ਪੈਸਾ ਹੈ ਉਹ ਜਵਾਨ ਹੈ ਜਿਹੜੀ ਉਹ ਬੰਦ ਕਰਵਾ ਦਿੰਦਾ। ਹੁਣ ਇਲੈਕਸ਼ਨ ਦਾ ਸਮਾਂ ਨੇੜੇਗਾ, ਤੁਸੀਂ ਵੀ ਫਾਈਟਰ ਇਲੈਕਸ਼ਨ ਦੇ ਵਿੱਚ ਕੰਟੈਂਡਰ ਹੋ, ਇੱਕ ਤਰ੍ਹਾਂ ਦੇ ਦਾਅਵੇਦਾਰ ਵੀ ਹੋ ਆਮ ਆਦਮੀ ਪਾਰਟੀ ਦੇ। ਜੇ ਕੱਲ੍ਹ ਨੂੰ ਆਮ ਆਦਮੀ ਪਾਰਟੀ ਸਰਕਾਰ ਬਣਦੀ, ਕਿਉਂਕਿ ਸੁਣਿਆ ਤਾਂ ਇਹ ਜਾਂਦਾ ਕਿ ਜਿਹੜੀ ਮਰਜ਼ੀ ਸਰਕਾਰ ਆ ਜਾਵੇ ਇਹ ਕੰਮ ਇੱਦਾਂ ਹੀ ਚੱਲਣਾ, ਇਹਨੂੰ ਰੋਕਣ ਕੋਈ ਕੁਛ ਨਹੀਂ ਹੋਣਾ। ਤੁਸੀਂ ਕੀ ਸੋਚਦੇ ਹੋ ਕਿ ਜੇ ਤੁਹਾਡੀ ਸਰਕਾਰ ਆਉਂਦੀ ਆਮ ਆਦਮੀ ਪਾਰਟੀ ਦੀ, ਕਿ ਇਹ ਰੁਕ ਸਕੂਗੀ? ਦੇਖੋ, ਸਭ ਤੋਂ ਵੱਡੀ ਗੱਲ ਹੈ, ਜਿਹੜਾ ਅੱਜ ਇੱਕ ਕ੍ਰੈਸ਼ਰ ਮਾਲਕ ਵੀ ਹੈ ਉਹ ਵੀ ਸਰਕਾਰ ਤੋਂ ਪਰੇਸ਼ਾਨ ਹੈ, ਕਿਉਂਕਿ ਹਰ ਰੋਜ਼ ਜਿਹੜੇ ਉਹਨਾਂ ਨੂੰ ਮੋਟੀਆਂ ਰਕਮਾਂ ਦੇਣੀਆਂ ਪੈ ਰਹੀਆਂ। ਸਾਡੀ ਸਰਕਾਰ ਆਊਗੀ ਤਾਂ ਜ਼ਰੂਰ ਜਿਹੜੀ ਮਾਈਨਿੰਗ ਪੋਲਿਸੀ ਹੈ ਉਹ ਲੈ ਕੇ ਆਵਾਂਗੇ, ਤਾਂ ਜੋ ਕੁਦਰਤ ਨਾਲ ਵੀ ਧੱਕਾ ਨਾ ਹੋਵੇ, ਤਾਂ ਜੋ ਜਿਹੜਾ ਕ੍ਰੈਸ਼ਰ ਮਾਲਕ ਹੈ ਉਹਦੇ ਨਾਲ ਵੀ ਧੱਕਾ ਨਾ ਹੋਵੇ, ਰੁਜ਼ਗਾਰ ਨੂੰ ਵੀ ਕੋਈ ਨੁਕਸਾਨ ਨਾ ਹੋਏ। ਅਸੀਂ ਇਸ ਹਿਸਾਬ ਨਾਲ ਕੋਈ ਨਾ ਕੋਈ ਪਾਲਿਸੀ ਜ਼ਰੂਰ ਬਣਾਵਾਂਗੇ ਕਿ ਇਲਾਕਾ ਵੀ ਖੁਸ਼ਹਾਲ ਰਹੇ, ਕ੍ਰੈਸ਼ਰ ਮਾਲਕ ਵੀ ਖੁਸ਼ਹਾਲ ਰਹੇ, ਅਤੇ ਲੋਕਾਂ ਨੂੰ ਜਿਹੜਾ ਰੇਤਾ ਹੈ ਉਹ ਸਸਤੇ ਰੇਟ 'ਚ ਮਿਲਦਾ ਰਹੇ। ਤੁਸੀਂ ਰੇਤੇ ਸਸਤੇ ਦੀ ਗੱਲ ਕਰ ਰਹੇ ਹੋ। 5.5 ਰੁਪਏ ਫੁੱਟ ਸਰਕਾਰ ਨੇ, ਚਰਨਜੀਤ ਚੰਨੀ ਸਾਹਿਬ ਨੇ ਮੁੱਖ ਮੰਤਰੀ ਬਣਦੇ ਸਾਰੇ ਅਨਾਊਂਸ ਕੀਤਾ ਸੀ। ਕਿਆ ਤੁਹਾਨੂੰ ਲੱਗਦਾ ਕਿ ਉਹ ਪੋਸੀਬਲ ਹੈ ਔਰ ਉਹ ਮਿਲ ਰਿਹਾ ਕਿਸੇ ਨੂੰ? ਸਰਕਾਰ ਦੀ ਜਿਹੜੀ ਨੀਅਤ ਹੈ ਉਹ ਗਲਤ ਹੈ। ਜੇਕਰ ਅਸੀਂ ਲੋਕਲ ਗੱਲ ਕਰ ਲਈਏ ਰੇਤੇ ਦੀ, ਤਾਂ ਇੱਕ ਕ੍ਰੈਸ਼ਰ ਵਾਲਾ ਹਰ ਰੋਜ਼ 2 ਲੱਖ ਰੁਪਏ ਦੇ ਰਿਹਾ।
ਪੋਸੀਬਲ ਨਹੀਂ ਹੈ ਕਿ ਉਹ ਜਿਹੜਾ ਕ੍ਰੈਸ਼ਰ ਮਾਲਕ ਹੈ ਉਹ 5 ਰੁਪਏ ਦੇ ਭਾਅ ਨਾਲ ਰੇਤਾ ਦੇ ਦੂੰਗਾ। ਜਦੋਂ ਤੱਕ ਪਾਲਿਸੀ ਜ਼ਰੂਰੀ ਹੈ, ਚੰਨੀ ਸਾਹਿਬ ਨੇ ਅਨਾਉਂਸ ਤਾਂ ਕਰਤਾ, ਕਿਉਂਕਿ ਦਫ਼ਤਰ 'ਚ ਕੁਝ ਹੋਰ ਹੈ, ਔਰਲੀ ਕੁਝ ਹੋਰ ਹੈ, ਥਿਓਰੀ ਉਹਨਾਂ ਦੀ ਕੁਝ ਹੋਰ ਹੈ। ਜਦੋਂ ਤੱਕ ਇੰਪਲੀਮੈਂਟ ਨਹੀਂ ਆਰਡਰ ਹੁੰਦਾ, ਉਦੋਂ ਤੱਕ ਅਸੀਂ ਕਹਿ ਹੀ ਨਹੀਂ ਸਕਦੇ ਕਿ ਸਾਨੂੰ 5 ਰੁਪਏ ਰੇਤਾ ਮਿਲ ਜਾਊਗਾ। ਇਹ ਸੀ ਸਾਡੇ ਨਾਲ ਵਿਸ਼ਾਲ ਸੈਣੀ, ਆਮ ਆਦਮੀ ਪਾਰਟੀ ਦੇ ਉੱਘੇ ਨੇਤਾ। ਹੁਣ ਸਾਡੇ ਨਾਲ ਮੌਜੂਦ ਨੇ ਇਸ ਪਿੰਡ ਦੇ, ਨਾਨਗਰਾ ਪਿੰਡ ਦੇ ਮੌਜੂਦਾ ਸਰਪੰਚ ਵਰਿੰਦਰ ਕੁਮਾਰ ਵਿੱਕੀ। ਵਿੱਕੀ ਜੀ, ਸਵਾਗਤ ਹੈ ਮੀਡੀਆ ਕਾਪਸ। ਧੰਨਵਾਦ। ਲੋਕਾਂ ਦੀ ਆਵਾਜ਼ ਚੁੱਕਣ ਵਾਸਤੇ ਜੋ ਮੀਡੀਆ ਕੋਪਸ ਭੂਮਿਕਾ ਨਿਭਾ ਰਿਹਾ ਹੈ, ਇਹ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਮੈਂ ਧੰਨਵਾਦ ਕਰਦਾ ਪ੍ਰਿੰਸ ਜੀ ਦਾ, ਜੋ ਇਹਨਾਂ ਨੇ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦਾ ਇਹ ਉਪਰਾਲਾ ਕੀਤਾ ਹੈ। ਵਿੱਕੀ ਜੀ, ਤੁਸੀਂ ਕਾਫੀ ਲੰਬੇ ਸਮੇਂ ਤੋਂ ਮਾਈਨਿੰਗ ਦੇ ਖਿਲਾਫ ਲੜਦੇ ਰਹੇ ਹੋ। ਪਿਛਲੇ ਸਮੇਂ ਤੁਸੀਂ ਸਾਇਲੈਂਟ ਵੀ ਹੋ ਗਏ ਸੀ, ਪਰ ਕਿਆ ਤੁਹਾਨੂੰ ਲੱਗਦਾ ਕਿ ਤੁਹਾਡੀ ਇੰਨੀ ਲੜਾਈ, ਪੁਰਾਣੀ ਲੜਾਈ, ਕਿਸੇ ਸਿੱਟੇ, ਕਿਸੇ ਬੂਰ ਪਿਆ ਉਹਨੂੰ, ਕੋਈ ਮਾਈਨਿੰਗ ਰੁਕੀ ਜਾਂ ਕੁਝ ਹੋ ਰਿਹਾ? ਗੈਰ ਕਾਨੂੰਨੀ ਮਾਈਨਿੰਗ ਦਾ ਜੋ ਇਹ ਉਪਰਾਲਾ, ਜੋ ਇਹ ਘੁਟਾਲਾ ਜਾਂ ਜੋ ਇਹ ਕੰਮ ਚੱਲ ਰਿਹਾ ਹੈ, ਚਾਹੇ ਸਵਾਨ ਨਦੀ 'ਚ ਲੈ ਲਓ, ਚਾਹੇ ਪਹਾੜਾਂ 'ਤੇ ਲੈ ਲਓ, ਮੈਨੂੰ ਲੱਗਦਾ ਹੈ ਕਿ ਇਹ ਸਾਡੀ ਜਨਮ ਭੂਮੀ ਹੈ, ਜੋ ਸਾਡਾ ਪਿੰਡ ਹੈ ਜਾਂ ਜੋ ਸਾਡਾ ਇਲਾਕਾ ਹੈ, ਸਵਾਨ ਨਦੀ ਦੇ ਨਾਲ ਲੱਗਦੇ ਪਿੰਡ, ਖੇੜਾ, ਜੋ ਵੀ ਜਿੰਨੇ ਵੀ ਪਿੰਡ ਲੱਗਦੇ 11 ਕਿਲੋਮੀਟਰ ਜਿਵੇਂ ਕਿ ਦੱਸਿਆ ਜਾਂਦਾ ਹੈ, ਇਸ ਭੂਮੀ ਨੂੰ, ਪਾਵਨ ਪਵਿੱਤਰ ਭੂਮੀ ਨੂੰ ਬੰਜਰ ਬਣਾਉਣ ਦਾ ਇੱਕ ਤਰੀਕਾ ਮਾਤਰ ਸਾਨੂੰ ਜਾਪਦਾ ਹੈ। ਜਿੰਨੀ ਉਪਜਾਊ ਧਰਤੀ ਇਹ ਸਵਾਨ ਨਦੀ ਦੇ ਲਾਗੇ ਪਾਸੇ ਹੈ, ਲੋਕਾਂ ਦੇ ਬੋਰ ਸੁੱਕ ਗਏ, ਖੂਹ ਟੋਭੇ ਖਾਲੀ ਹੋ ਗਏ, ਪਰ ਸ਼ਾਸਨ ਤੰਤਰ ਕਿੱਥੇ ਹੈ ਸਾਨੂੰ ਕੋਈ ਸਮਝ ਨਹੀਂ ਲੱਗਦੀ। ਕਿੱਥੇ ਹੈ ਵਣ ਵਿਭਾਗ, ਕਿੱਥੇ ਹੈ ਮਾਈਨਿੰਗ ਵਿਭਾਗ, ਕਿੱਥੇ ਪੁਲਿਸ ਹੈ, ਜਾਂ ਕਿਆ ਇਹ ਸਿਸਟਮ ਹੈ, ਸਾਡੀ ਸਮਝ ਤੋਂ ਬਾਹਰ ਹੈ। ਇੱਕ ਹਫ਼ਤਾ ਪਹਿਲਾਂ ਵੀ ਮੈਂ SDM ਸਾਹਿਬ ਨਾਲ ਗੱਲ ਕੀਤੀ ਸੀ। ਉਹਨਾਂ ਨੂੰ ਕਿਹਾ ਸੀ ਕਿ ਜੋ ਸਵਾਨ ਨਦੀ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ, ਇਹਦੇ ਉੱਤੇ ਕੁਝ ਨੱਥ ਪਾਓ, ਤਾਂ ਚਲੋ ਉਹਨਾਂ ਨੇ ਕਿਹਾ ਸਾਨੂੰ ਲਿਖਤੀ ਤੌਰ 'ਤੇ ਦਿਓ। ਮੈਂ ਤਾਂ ਪਹਿਲਾਂ ਵੀ ਤਹਿਸੀਲਦਾਰ ਸਾਹਿਬ ਨੂੰ, ਮਾਈਨਿੰਗ ਡਿਪਾਰਟਮੈਂਟ, ਮਾਈਨਿੰਗ ਆਫੀਸਰ ਚੰਡੀਗੜ੍ਹ ਨੂੰ, ਜੰਗਲਾਤ ਮਹਿਕਮੇ ਨੂੰ ਰੋਪੜ ਅਤੇ ਮਾਈਨਿੰਗ MO ਰੋਪੜ ਲਿਖਤੀ ਤੌਰ 'ਤੇ ਦਿੱਤਾ ਸੀ, ਅਤੇ ਸਮੇਂ ਸਿਰ ਅਸੀਂ ਲੋਕਾਂ ਨੂੰ ਵੀ ਚੇਤਾ ਰਹੇ ਹਾਂ। ਪਰ ਜਿੱਥੇ ਤੱਕ ਸਾਨੂੰ ਲੱਗਦਾ ਹੈ ਕਿ ਇਹ ਜੋ ਕਾਰ ਧੰਦਾ ਹੈ, ਇਹ ਕਿਤੇ ਨਾ ਕਿਤੇ ਬੰਦ ਹੋਣ ਵਾਲਾ ਨਹੀਂ ਹੈ। ਕਿਤੇ ਨਾ ਕਿਤੇ ਇਹਦੀਆਂ ਜੜ੍ਹਾਂ ਬਹੁਤ ਹੀ ਜ਼ਿਆਦਾ ਡੂੰਘੀਆਂ ਤਹਿ ਤੱਕ ਪਹੁੰਚ ਚੁੱਕੀਆਂ ਹੈ। ਬਾਕੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਕਿਸਮ ਦੀ ਨੱਥ ਇਸ ਗੋਰਖ ਧੰਦੇ ਨੂੰ ਪਏਗੀ। ਤੁਸੀਂ ਪਿੰਡ ਦੇ ਸਰਪੰਚ ਹੋ, ਇੱਕ ਤਰ੍ਹਾਂ ਤੁਸੀਂ ਹੌਸਲਾ ਹਾਰ ਰਹੇ, ਆਪਣੀ ਲੜਾਈ ਤੁਸੀਂ ਬੜੀ ਲੰਬੇ ਸਮੇਂ ਤੋਂ ਲੜ ਰਹੇ ਹੋ, ਪਰ ਫਿਰ ਵੀ ਤੁਸੀਂ ਹੌਸਲਾ ਹਾਰ ਰਹੇ, ਇਹਦਾ ਕਾਰਨ ਕੀ ਲੱਗਦਾ? ਇਸ ਦਾ ਕਾਰਨ ਇਹ ਹੈ ਕਿ ਕੋਈ ਸਰਕਾਰੀ ਤੰਤਰ, ਕੋਈ ਜਿਵੇਂ ਤੁਹਾਨੂੰ ਮੈਂ ਆਖਿਆ ਕਿ ਜੰਗਲਾਤ ਮਹਿਕਮਾ ਹੈ, ਪੁਲਿਸ ਮਹਿਕਮਾ ਹੈ, ਪੋਲਿਊਸ਼ਨ ਬੋਰਡ ਹੈ, ਜਾਂ ਮਾਈਨਿੰਗ ਵਿਭਾਗ ਹੈ, ਕੋਈ ਸਾਨੂੰ ਦਿਖਿਆ ਹੀ ਨਹੀਂ ਹੈ ਕਿਤੇ ਪਾਸੇ ਦੇ। ਅਸੀਂ ਤਾਂ ਕਦੇ ਪੰਚਾਇਤ ਵਿੱਚ ਮਤਾ ਪਾ ਕੇ ਦਿੱਤਾ ਨਹੀਂ ਕਿ ਪਿੰਡ 'ਚ ਮਾਈਨਿੰਗ ਹੋਵੇ, ਪਰ ਫਿਰ ਵੀ ਕਿਵੇਂ ਹੋ ਰਹੀ ਹੈ ਸਾਨੂੰ ਕੁਝ ਪਤਾ ਹੀ ਨਹੀਂ ਹੈ। ਤਾਂ ਹੁਣ ਬੰਦਾ ਕਰ ਵੀ ਕਹਿ ਸਕਦਾ। ਇੱਕ ਸਰਪੰਚ, ਮੈਂ ਤਾਂ ਪਹਿਲਾਂ ਵੀ ਪੰਚਾਇਤ ਦੇ ਕੇਸ, ਇੱਕ ਹਾਈ ਕੋਰਟ 'ਚ, ਇੱਕ ਨੰਗਲ ਕੋਰਟ 'ਚ, ਬਾਕੀ ਆਲੇ ਦੁਆਲੇ ਧੱਕੇ ਖਾ ਰਹੇ ਹੈ 5 ਸਾਲ ਅਤੇ ਹੁਣ ਇੱਥੇ ਜਿੱਥੇ ਤੱਕ ਇਹ ਮਾਈਨਿੰਗ ਹੈ, ਇੱਥੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ। ਪਰ ਜਦੋਂ ਕੋਈ ਸਰਕਾਰੀ ਤੰਤਰ, ਪ੍ਰਸ਼ਾਸਨ ਕੋਈ ਹੈ ਹੀ ਨਹੀਂ, ਕੋਈ ਪੁੱਛਦਾ ਗਿੱਛਦਾ ਨਹੀਂ, ਤਾਂ ਬੰਦਾ ਇੱਕ ਮਾਯੂਸ ਹੋਣ ਤੋਂ ਇਲਾਵਾ ਹੋਰ ਕਰ ਵੀ ਕਹਿ ਸਕਦਾ। ਪਰ ਚਲੋ ਠੀਕ ਹੈ, ਜਿਵੇਂ ਤੁਸੀਂ ਕਹਿ ਰਹੇ ਹੋ, ਹੌਸਲਾ ਹੋਣਾ ਚਾਹੀਦਾ, ਹੌਸਲੇ ਦੇ ਨਾਲ ਹੀ ਆ। ਪਰ ਜਿਵੇਂ ਅਸੀਂ ਦੇਖਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਖੂਹ ਟੋਭੇ ਜਾਂ ਲੋਕਾਂ ਦੇ ਬੋਰ ਗਰੀਬਾਂ ਦੇ ਸੁੱਕ ਗਏ, ਇਸ ਦਾ ਅੰਤ ਕਦੋਂ ਹੋਵੇਗਾ ਇਹ ਸਾਨੂੰ ਜਾਪਦਾ ਨਹੀਂ। ਇਸੇ ਕਰਕੇ ਮੈਂ ਥੋੜ੍ਹਾ ਮਾਯੂਸ ਤਾਂ ਹੈ ਹੀ ਹੈ ਜੋ ਮੌਜੂਦਾ ਸਰਕਾਰ ਹੈ। ਇੱਕ ਜੀ, ਤੁਸੀਂ ਫੇਰ ਲੜਾਈ ਸ਼ੁਰੂ ਕੀਤੀ, ਤੁਸੀਂ ਹੁਣ ਫੇਰ ਮਾਈਨਿੰਗ ਦੇ ਖਿਲਾਫ ਦੁਬਾਰਾ ਆ ਰਹੇ। ਇੱਕ ਤਾਂ ਇਲੈਕਸ਼ਨ ਵੀ ਆ ਰਹੇ, ਤੁਹਾਡੀ ਪਾਰਟੀ ਨੇ ਕੰਟੈਸਟ ਵੀ ਕਰਨਾ ਇੱਥੋਂ। ਤੁਹਾਨੂੰ ਮਤਲਬ ਇਹ ਇਲੈਕਸ਼ਨ ਨੂੰ ਦੇਖਦੇ ਹੋ ਤੁਸੀਂ ਦੁਬਾਰਾ ਸ਼ੁਰੂ ਕੀਤਾ, ਜਾਂ ਕੋਈ ਹੋਰ ਕਾਰਨ ਹੈ ਇਹਦਾ? ਨਹੀਂ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਪਿਛਲੇ ਸਮੇਂ 'ਚ ਵੀ, ਹੁਣ ਵੀ ਲਗਾਤਾਰ ਹੀ ਇਸ ਦਾ ਵਿਰੋਧ ਕਰਦੇ। ਅਸੀਂ ਤਾਂ ਕਦੇ ਮਾਈਨਿੰਗ ਦਾ ਸਮਰਥਨ ਕੀਤਾ ਨਹੀਂ। ਔਰ ਜਿੱਥੇ ਤੱਕ ਪਹਿਲਾਂ ਮੇਰੀ ਘਰਵਾਲੀ ਸਰਪੰਚ ਸੀ ਅਤੇ 3 ਸਾਲ ਤੋਂ ਮਾਂ ਹਾਂ, ਮੈਂ ਤਾਂ ਕਦੇ ਮਾਈਨਿੰਗ ਦਾ ਸਮਰਥਨ ਕੀਤਾ ਨਹੀਂ, ਅਤੇ ਨਾ ਹੀ ਕਦੇ ਮਾਈਨਿੰਗ ਪਿੰਡ ਵਿੱਚ ਹੋਣ ਵਾਸਤੇ ਕਦੀ ਲਿਖਤੀ ਤੌਰ 'ਤੇ ਮਹਿਕਮੇ ਨੂੰ ਕਿਸੇ ਨੂੰ ਦਿੱਤਾ ਹੈ। ਤਾਂ ਮੇਰੀ ਤਾਂ ਪਹਿਲਾਂ ਤੋਂ ਹੀ ਇਹ ਲੜਾਈ ਹੈ। ਅਤੇ ਦੇਖੋ, ਇੱਕ ਆਮ ਨਾਗਰਿਕ ਹੋਣ ਦੇ ਨਾਤੇ ਮੈਂ ਤਾਂ ਜਿਵੇਂ ਤੁਹਾਨੂੰ ਦੱਸਾਂ ਕਿ ਮੇਰੇ ਪਿੰਡ ਵਿੱਚ ਧੱਕੇ ਨਾਲ ਪ੍ਰਬੰਧਕ ਮਹਿਕਮੇ ਨੇ ਲਗਾਇਆ ਹੋਇਆ ਹੈ। ਜਿੰਨਾ ਪੈਸਾ ਆਇਆ ਉਹ ਸਾਰਾ ਬਰਬਾਦ ਹੋ ਗਿਆ, ਅਤੇ ਲੰਬੀ ਲੜਾਈ ਲੜ ਰਿਹਾ। ਅਤੇ ਮੈਂ ਦੇਖੋ ਜੋ ਕੁਛ ਕਰ ਸਕਦਾ ਇਸ ਵਾਸਤੇ ਕਰ ਰਿਹਾ। ਸਿਰਫ ਇਲੈਕਸ਼ਨ ਦਾ ਇਹ ਮੁੱਦਾ ਨਹੀਂ ਹੈ, ਮੇਰਾ ਤਾਂ ਲੰਬੀ ਲੜਾਈ ਹੈ। 8-10 ਸਾਲ ਤੋਂ ਲੜਾਈ ਲੜ ਰਿਹਾ ਅਤੇ ਲੜਦਾ ਰਹਾਂਗਾ ਜਦ ਤੱਕ ਹੈ। ਇਹ ਸੀ ਸਾਡੇ ਨਾਲ ਪਿੰਡ ਦੇ ਸਰਪੰਚ ਵਰਿੰਦਰ ਕੁਮਾਰ ਵਿੱਕੀ। ਧੰਨਵਾਦ।